ਪੰਜਾਬ ਸਰਕਾਰ ਨੇ ਪਹਿਲਾਂ ਪਟਵਾਰੀ ਸੇਵਾ ਮੁਕਤ ਰੱਖੇ, ਹੁਣ ਇਹ ਪ੍ਰੋਫੈਸਰ ਵੀ ਕਾਲਜਾਂ ਦੇ ਵਿੱਚ ਸੇਵਾ ਮੁਕਤ ਰੱਖਣ ਜਾ ਰਹੇ ਆ। ਸੋ ਮੈਂ ਆਪਣੇ ਸੀਐਮ ਸਾਹਿਬ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਇਲੈਕਸ਼ਨ 'ਤੇ ਇੰਨਾ ਖਰਚਾ ਕਿਉਂ ਕਰਵਾਇਆ। ਆਪਣੇ ਕੋਲੇ ਬਾਦਲ ਸਾਹਿਬ ਸੀ, ਕੈਪਟਨ ਸਾਹਿਬ ਸੀ, ਚੰਨੀ ਸਾਹਿਬ ਸੀਗੇ, ਆਪਾਂ ਉਹਨਾਂ ਨੂੰ ਕਿਉਂ ਨਾ ਆਪਾਂ ਦੁਬਾਰਾ ਸੀਐਮ ਰੱਖ ਲਿਆ। ਮੇਰੀ ਪੀਐਚਡੀ ਚੱਲ ਰਹੀ ਸੀ, ਮੈਂ ਕੈਨੇਡਾ ਚਲੀ ਗਈ ਸੀ। ਕੈਨੇਡਾ ਤੋਂ ਮੈਂ ਵਾਪਸ ਆਈ ਹਾਂ ਇਸ ਲਈ ਕਿ ਨਹੀਂ ਸਾਡੇ ਕੋਲ ਇੰਨੀ ਕੁਆਲੀਫਿਕੇਸ਼ਨ ਹੈ, ਅਸੀਂ ਆਪਣੇ ਪੰਜਾਬ ਨੂੰ ਡਿਲੀਵਰ ਕਰਨੀ ਆ। ਜਿਹੜੇ ਆਲਰੇਡੀ ਸੇਵਾ ਮੁਕਤ ਹੋ ਚੁੱਕੇ ਉਹਨਾਂ ਨੂੰ ਰੱਖਣ ਦਾ ਕੋਈ ਇੱਕ ਰੀਜ਼ਨ ਤਾਂ ਦੱਸਣ ਨਾ, ਕਿ ਕੀ ਰੀਜ਼ਨ ਆ, ਕਿ ਪੰਜਾਬ ਦੇ ਵਿੱਚੋਂ ਟੈਲੈਂਟ ਖਤਮ ਹੋ ਗਿਆ ਜਾਂ ਨਵੇਂ ਜਿਹੜੇ ਜੰਗ ਆ ਕਿ ਉਹ ਕੁਆਲੀਫਾਈਡ ਨਹੀਂ ਆ। ਰਿਟਾਇਰਮੈਂਟ ਦੀ ਏਜ ਕਿਉਂ ਰੱਖੀ ਜਾਂਦੀ ਹੈ? ਰਿਟਾਇਰਮੈਂਟ ਦੀ ਏਜ ਇਸੇ ਕਰਕੇ ਰੱਖੀ ਜਾਂਦੀ ਹੈ ਕਿ ਉਸ ਏਜ ਤੇ ਆ ਕੇ ਜੋ ਸਾਡੀ ਇੱਕ ਪਰਸਨ ਦੀ ਵਰਕ ਕੈਪੈਸਿਟੀ ਫਿਜ਼ੀਕਲੀ ਔਰ ਮੈਂਟਲੀ ਬਹੁਤ ਘਟ ਜਾਂਦੀ ਹੈ। ਸਿਰਫ ਤੇ ਸਿਰਫ ਇੱਕ ਪ੍ਰਾਈਵੇਟਾਈਜੇਸ਼ਨ ਦਾ ਏਜੰਡਾ, ਜਿਹੜੀ ਇਹਨਾਂ ਨੇ ਪਹਿਲਾਂ ਵਾਲਾ ਸੀਐਮ ਸੀਗਾ ਉਹ ਸੀਯੂ ਜਾ ਕੇ ਨੱਚਦਾ ਸੀਗਾ, ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਿੱਛੇ ਹੋਏ ਆ, ਸਾਰੇ ਲੱਗੇ ਹੋਏ ਆ। ਸਾਨੂੰ ਲੱਗਦਾ ਕਿ ਇਹ ਜਿਹੜਾ ਬਦਲਾਅ ਜਿਹੜਾ ਸੀਗਾ ਇਹ ਗਿਰਗਟ ਦੇ ਰੰਗ ਬਦਲਣ ਵਾਂਗੂ ਸੀਗਾ। ਗਿਰਗਟ ਦੇ ਜਿਹੜਾ ਰੰਗ ਬਦਲਦਾ ਉਹਨੂੰ ਬਦਲਾਅ ਨਹੀਂ ਕਹਿੰਦੇ, ਗਿਰਗਟ ਉਹੀ ਰਹਿੰਦਾ ਤੇ ਉਹ ਉਸ ਤਰ੍ਹਾਂ ਹੀ ਜਿਹੜੇ ਹੋਰ ਜੀਵ ਜੰਤੂ ਹੁੰਦੇ ਉਹਨਾਂ ਨੂੰ ਖਾਂਦਾ ਰਹਿੰਦਾ ਆ। ਵੀ ਇੱਕ ਸਰਕਾਰ ਦੀ ਗੇਮ ਹੈ, ਅਸੀਂ ਉਹਦੇ ਵਿੱਚ ਫੁੱਟਬਾਲ ਦਾ ਕੰਮ ਕਰ ਰਹੇ ਹਾਂ। ਕਾਂਗਰਸ ਨੇ ਕਿੱਕ ਮਾਰੀ ਇੱਧਰ ਆ ਗਏ, ਇੱਧਰੋਂ ਹੁਣ ਆਪ ਕਿੱਕ ਮਾਰਦੀ ਆ, ਪਿੱਛੇ ਜਾਓ। ਪੰਜਾਬ ਬਚਾਓ ਨਾਂ ਦੀ ਇਹ ਕੋਈ ਨੀਤੀ ਨਹੀਂ ਹੈ, ਵੋਟ ਕਮਾਓ ਨਾਂ ਦੀ ਨੀਤੀ ਤੇ ਇਹ ਸਰਕਾਰ ਹੈ ਜਿਹੜੀ ਚੱਲ ਰਹੀ ਹੈ। ਬਿਲਕੁਲ ਜਿਹਨੇ ਵੀ ਇਹ ਰੰਗਲਾ ਪੰਜਾਬ ਸ਼ਬਦ ਯੂਜ਼ ਕੀਤਾ ਉਹ ਪੱਕਾ ਕਿਸੇ ਹੋਰ ਕੰਟਰੀ ਨੂੰ ਵਿਜ਼ਿਟ ਕਰਕੇ ਆਇਆ ਹੋਊਗਾ। ਪੰਜਾਬ ਸਾਡਾ ਰੰਗਲਾ ਹੀ ਆ। ਬੀਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ, ਜਿਸ ਦੇ ਵਿੱਚ ਕਿਹਾ ਗਿਆ ਕਿ ਹੁਣ ਜਿਹੜੇ ਅਧਿਆਪਕ ਨੇ ਉਹ ਰੈਗੂਲਰ ਨਵੇਂ ਨਹੀਂ ਭਰਤੀ ਕੀਤੇ ਜਾਣਗੇ। ਜਿਹੜੇ ਸੇਵਾ ਮੁਕਤ ਪ੍ਰੋਫੈਸਰ ਨੇ ਕਾਲਜਾਂ ਦੇ ਵਿੱਚ ਹੁਣ ਉਹੋ ਹੀ ਪੜ੍ਹਾਉਣਗੇ। 400 ਸੇਵਾ ਮੁਕਤ ਪ੍ਰੋਫੈਸਰਾਂ ਨੂੰ ਹੋਰ ਮੌਕਾ ਦਿੱਤਾ ਜਾ ਰਿਹਾ, ਤਾਂ ਜਿਸ ਤੋਂ ਬਾਅਦ ਜਿਹੜੇ ਹੁਣ ਮੌਜੂਦਾ ਪ੍ਰੋਫੈਸਰ ਨੇ ਜਾਂ ਜਿਹੜੇ ਨੌਕਰੀ ਦੀ ਉਡੀਕ ਕਰ ਰਹੇ ਨੇ ਭਰਤੀਆਂ ਦੀ, ਉਹਨਾਂ ਨੌਜਵਾਨਾਂ ਦੇ ਵਿੱਚ ਭਾਰੀ ਨਿਰਾਸ਼ਾ। ਤੇ ਪੰਜਾਬ ਯੂਨੀਵਰਸਿਟੀ ਅੱਜ ਅਸੀਂ ਪਹੁੰਚੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਰ। ਬਾਈ, ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ, ਤੁਸੀਂ ਕਿਹਾ ਕਿ ਸਾਡੇ ਨਾਲ ਇਹਦੇ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ, ਤਾਂ ਕਿਵੇਂ ਦੇਖਦੇ ਹੋ ਫੈਸਲਾ? ਦੇਖੋ ਜੀ, ਪੰਜਾਬ ਸਰਕਾਰ ਨੇ ਪਹਿਲਾਂ ਪਟਵਾਰੀ ਸੇਵਾ ਮੁਕਤ ਰੱਖੇ, ਹੁਣ ਇਹ ਪ੍ਰੋਫੈਸਰ ਵੀ ਕਾਲਜਾਂ ਦੇ ਵਿੱਚ ਸੇਵਾ ਮੁਕਤ ਰੱਖਣ ਜਾ ਰਹੇ ਆ। ਸੋ ਮੈਂ ਆਪਣੇ ਸੀਐਮ ਸਾਹਿਬ ਨੂੰ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਇਲੈਕਸ਼ਨ 'ਤੇ ਇੰਨਾ ਖਰਚਾ ਕਿਉਂ ਕਰਵਾਇਆ। ਆਪਣੇ ਕੋਲੇ ਬਾਦਲ ਸਾਹਿਬ ਸੀ, ਕੈਪਟਨ ਸਾਹਿਬ ਸੀ, ਚੰਨੀ ਸਾਹਿਬ ਸੀਗੇ, ਆਪਾਂ ਉਹਨਾਂ ਨੂੰ ਕਿਉਂ ਨਾ ਆਪਾਂ ਦੁਬਾਰਾ ਸੀਐਮ ਰੱਖ ਲਿਆ। ਤੁਹਾਡੇ ਤੇ ਇੰਨਾ ਪੈਸਾ ਖਰਚ ਕਰਨ ਦੀ ਕੀ ਲੋੜ ਸੀ? ਜੇ ਤੁਸੀਂ ਪੱਕੀਆਂ ਨੌਕਰੀਆਂ, ਪੱਕਾ ਰੁਜ਼ਗਾਰ ਦੇਣਾ ਹੀ ਨਹੀਂ ਆ, ਤੇ ਫਿਰ ਜੇ ਤੁਸੀਂ ਕੱਚੀਆਂ ਨੌਕਰੀਆਂ ਹੀ ਲੋਕਾਂ ਨੂੰ ਦੇਣੀਆਂ, ਫਿਰ ਭਰਤੀ 20-20 ਸਾਲ ਕੱਢਣੀ ਨਹੀਂ ਆ। ਸੋ ਜਿਹੜੇ ਨੌਜਵਾਨ ਹੈ ਉਹਨਾਂ 'ਚ ਨਿਰਾਸ਼ਾ ਹੀ ਹੋਏਗੀ, ਔਰ ਨਿਰਾਸ਼ਾ ਨੂੰ ਝੱਲਦੇ ਹੋਏ ਉਹਨਾਂ ਕੋਲੇ ਬਾਹਰ ਜਾਣ ਤੋਂ ਇਲਾਵਾ ਹੋਰ ਕੋਈ ਵਿਕਲਪ ਕੀ ਹੈ, ਮੈਨੂੰ ਬਸ ਇਹ ਦੱਸ ਦੇਣ। ਤਾਂ ਜਿਸ ਤਰ੍ਹਾਂ ਸੀਐਮ ਕਹਿੰਦੇ ਨੇ ਕਿ ਪ੍ਰਵਾਸ ਮਾੜਾ, ਨੌਜਵਾਨ ਬਾਹਰ ਜਾ ਰਹੇ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ 20-20 ਸਾਲ ਤਾਂ ਭਰਤੀਆਂ ਨਹੀਂ ਖੁੱਲਦੀਆਂ। ਬਿਲਕੁਲ ਜੀ, ਹੁਣ ਤੁਸੀਂ ਜੇ ਸਾਡੀ ਗੱਲ ਕਰ ਲਓ ਤਾਂ ਮੈਂ 1158 ਅਸਿਸਟੈਂਟ ਪ੍ਰੋਫੈਸਰ ਦੀ ਜੋ ਭਰਤੀ ਆਈ ਸੀ, ਉਹਦੇ ਵਿੱਚ ਮੈਂ ਮੈਰਿਟ ਦੇ ਬੇਸ ਤੇ ਚੁਣਿਆ ਗਿਆ ਕੈਂਡੀਡੇਟ ਹੈ। ਪਿਛਲੇ 8 ਮਹੀਨੇ ਤੋਂ ਜੌਬ ਕਰ ਰਿਹਾਗਾ, ਤੇ ਹੁਣ ਫਰਮਾਨ ਇਹ ਆ ਗਿਆ ਕਿ ਤੁਹਾਡੀ ਜੋ ਭਰਤੀ ਆ ਉਹਦੇ ਵਿੱਚ ਕੁਝ ਨੁਕਤਾਚੀਨੀਆਂ ਕਰਕੇ ਮਾਨਯੋਗ ਹਾਈ ਕੋਰਟ ਜੀ ਨੇ ਉਹਨੂੰ ਰੱਦ ਕਰਤਾ। ਪਰ ਉਹਦੇ ਵਿੱਚ ਜਿਹੜੇ ਮੈਰਿਟ ਦੇ ਵਿੱਚ ਆਏ ਕੈਂਡੀਡੇਟ ਹੈ ਉਹਨਾਂ ਬਾਰੇ, ਉਹਨਾਂ ਦਾ ਹੁਣ ਕੀ ਹੋਏਗਾ, ਉਹਨਾਂ ਬਾਰੇ ਇਹ ਸਰਕਾਰ ਵੱਲੋਂ ਇੱਕ ਸ਼ਬਦ ਤੱਕ ਨਹੀਂ ਅਜੇ ਤੱਕ ਕਿਹਾ ਗਿਆ। ਉਹਨਾਂ ਨੂੰ ਵੱਲੋਂ ਇੱਕ ਭਰੋਸਾ ਤੱਕ ਨਹੀਂ ਆਇਆ ਕਿ ਜਿਹੜੇ 1158 ਪਰਿਵਾਰ ਦੇ ਮੈਂਬਰ ਨੇ ਉਹ ਸਾਡਾ ਹੀ ਪਾਰਟ ਨੇ, ਤੇ ਉਹ ਹੌਸਲਾ ਰੱਖਣ। ਅਸੀਂ ਇਸ ਭਰਤੀ ਨੂੰ ਬਿਲਕੁਲ ਡਿਫੈਂਡ ਕਰਾਂਗੇ, ਡਬਲ ਬੈਂਚ ਤੇ ਲੈ ਕੇ ਜਾਵਾਂਗੇ। ਪਰ ਇਸ ਸਰਕਾਰ ਵੱਲੋਂ ਹਜੇ ਤੱਕ ਨਾ ਉੱਚ ਸਿੱਖਿਆ ਮੰਤਰੀ ਵੱਲੋਂ, ਨਾ ਮਾਨਯੋਗ ਭਗਵੰਤ ਮਾਨ ਜੀ ਵੱਲੋਂ ਹਜੇ ਤੱਕ ਇੱਕ ਵੀ ਸ਼ਬਦ ਮੂੰਹੋਂ ਨਹੀਂ ਕੱਢਿਆ ਗਿਆ। ਪਤਾ ਨਹੀਂ ਇਹ ਕਿਸ ਗੱਲ ਦੀ ਚੁੱਪੀ ਧਾਰੀ ਬੈਠੇ ਹੋਏ ਨੇ। ਔਰ ਕੱਲ ਅਧਿਆਪਕ ਦਿਵਸ ਤੇ ਇਹਨਾਂ ਨੇ ਬੜਾ ਇੱਕ ਸਾਡੇ ਨਾਲ ਮਜ਼ਾਕ ਕੀਤਾ ਕਿ ਅਸੀਂ ਹੋਰ ਗੈਸਟ ਫੈਕਲਟੀ ਕਾਲਜਾਂ ਦੇ ਵਿੱਚ ਭਰਤੀ ਕਰਾਂਗੇ। ਸੋ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਹੀ ਕੱਚੀਆਂ ਭਰਤੀਆਂ ਨੂੰ ਲੈ ਕੇ ਸੁਹਿਰਦ ਹੈ, ਪੱਕੇ ਰੁਜ਼ਗਾਰ ਇਹ ਦੇਣਾ ਨਹੀਂ ਚਾਹੁੰਦੇ। ਤੇ ਸਾਡੇ ਕੋਲੇ ਪ੍ਰਵਾਸ ਤੋਂ ਇਲਾਵਾ ਵਿਕਲਪ ਕੀ ਹੈ, ਇਹ ਆਪ ਹੀ ਦੱਸ ਦੇਣ। ਤਾਂ ਬਾਈ ਜੀ, ਸਰਕਾਰ ਦਾ ਨਵਾਂ ਫੈਸਲਾ ਕਿਵੇਂ ਦੇਖਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਰਾਜ ਬਹਾਦਰ ਸਿੰਘ, ਮੈਂ 1158 ਭਰਤੀ ਦੇ ਵਿੱਚ ਸੰਗੀਤ ਵਿਸ਼ੇ ਵਿੱਚ ਸਿਲੈਕਟ ਹੋਇਆ ਸੀ ਜੀ। ਤੇ ਜਿਹਦਾ ਵਿਭਾਗ ਦੀਆਂ ਕੁਝ ਨਾਦਾਨੀਆਂ ਕਰਕੇ ਤੇ ਸਰਕਾਰ ਦੀਆਂ ਜਿਹੜੀਆਂ ਉਹ ਸਹੀ ਤਰ੍ਹਾਂ ਨਾਲ ਉਹਨੂੰ ਡਿਫੈਂਡ ਨਾ ਹੋਣ ਕਰਕੇ 8 ਅਗਸਤ ਨੂੰ ਜਿਹੜੀ ਉਹ ਮਾਨਯੋਗ ਹਾਈ ਕੋਰਟ ਨੇ ਉਹ ਭਰਤੀ ਰੱਦ ਕਰ ਦਿੱਤੀ। ਤੇ ਉਹਦੇ ਵਿੱਚ ਜਿਹੜੇ ਸਰਕਾਰ ਦੇ ਫੈਸਲੇ ਆ ਉਹ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਸਰਕਾਰ ਨੇ ਬਹੁਤ ਜਿਹੜੇ ਸਬਜ਼ ਬਾਗ ਦਿਖਾ ਕੇ ਨੌਜਵਾਨਾਂ ਤੋਂ ਵੋਟਾਂ ਲਈਆਂ ਸੀ। ਜਿਵੇਂ ਆਪਾਂ ਜਾਣਦੇ ਕਿ ਇੰਨੀਆਂ ਸਾਰੀਆਂ ਸੀਟਾਂ ਸਰਕਾਰ ਨੂੰ ਮਿਲੀਆਂ ਸੀਗੀਆਂ, ਤੇ ਉਹਦੇ ਵਿੱਚ ਉਹਨਾਂ ਨੇ ਬਦਲਾਵ ਦੀ ਗੱਲ ਕੀਤੀ ਸੀ। ਤਾਂ ਹੁਣ ਸਾਨੂੰ ਲੱਗਦਾ ਕਿ ਇਹ ਜਿਹੜਾ ਬਦਲਾਵ ਜਿਹੜਾ ਸੀਗਾ ਇਹ ਗਿਰਗਟ ਦੇ ਰੰਗ ਬਦਲਣ ਵਾਂਗੂ ਸੀਗਾ।
ਗਿਰਗਟ ਦੇ ਜਿਹੜਾ ਰੰਗ ਬਦਲਦਾ ਉਹਨੂੰ ਬਦਲਾ ਨਹੀਂ ਕਹਿੰਦੇ, ਗਿਰਗਟ ਉਹੀ ਰਹਿੰਦਾ ਤੇ ਉਹ ਉਸ ਤਰ੍ਹਾਂ ਹੀ ਜਿਹੜੇ ਹੋਰ ਜੀਵ ਜੰਤੂ ਹੁੰਦੇ ਉਹਨਾਂ ਨੂੰ ਖਾਂਦਾ ਰਹਿੰਦਾ ਆ। ਇਹੀ ਜਿਹੜਾ ਕੋਝਾ ਮਜ਼ਾਕ ਆ ਸਰਕਾਰਾਂ ਪਹਿਲੇ ਨੌਜਵਾਨਾਂ ਨਾਲ ਕਰਦੀਆਂ ਸੀ, ਉਹਨਾਂ ਨੂੰ ਪੜ੍ਹਦੇ ਸੀ, ਲਿਖਦੇ ਸੀਗੇ, ਇੰਨੀਆਂ ਮਿਹਨਤਾਂ ਕਰਦੇ ਸੀ, ਉਸ ਤੋਂ ਬਾਅਦ ਵੀ ਉਹਨਾਂ ਨੂੰ ਇੱਥੇ ਕੁਝ ਵੀ ਹਾਸਲ ਨਹੀਂ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਬਾਹਰ ਦਾ ਮੂੰਹ ਦੇਖਣਾ ਪੈਂਦਾ ਸੀਗਾ। ਡੌਂਕੀਆਂ ਲਾ ਕੇ ਵੀ ਜਾਂਦੇ ਰਹੇ, ਇੰਨੇ ਸਾਰੇ ਪੈਸੇ ਖਰਚ ਕੇ ਵੀ ਜਾਂਦੇ ਰਹੇ ਤੇ ਉਸ ਤੋਂ ਬਾਅਦ ਜੇ ਹੁਣ ਜਿਹੜੇ ਆ ਤੁਸੀਂ ਜਿਹੜੇ ਸੇਵਾ ਮੁਕਤ ਆ ਉਹਨਾਂ ਨੂੰ ਹੀ ਫਿਰ ਤੋਂ ਰੋਜ਼ਗਾਰ ਦੇਣਾ ਸੀਗਾ। ਜਿਹੜੇ ਆਪਣੇ ਮਾਨਯੋਗ ਹਾਇਰ ਐਜੂਕੇਸ਼ਨ ਮਿਨਿਸਟਰ ਨੇ, ਉਹਨਾਂ ਨੇ ਜਦੋਂ ਪਿਛਲੀ ਸਰਕਾਰ ਨੇ ਸੇਵਾ ਮੁਕਤ ਰੱਖਣ ਬਾਰੇ, ਪਟਵਾਰੀ ਰੱਖਣ ਬਾਰੇ ਗੱਲ ਕੀਤੀ ਸੀ ਤਾਂ ਉਹਨਾਂ ਨੇ ਇਸ ਗੱਲ ਨੂੰ ਬਹੁਤ ਕੰਡੈਮ ਕੀਤਾ ਸੀਗਾ ਤੇ ਜਦੋਂ ਹੁਣ ਉਹ ਆਪ ਅਹੁਦੇ ਤੇ ਬਿਰਾਜਮਾਨ ਹੋ ਗਏ ਨੇ ਤਾਂ ਉਹਨਾਂ ਦਾ ਸੇਮ ਸਟਾਂਸ ਉਹਨਾਂ ਦਾ ਇਹੀ ਹੋ ਗਿਆ। ਤਾਂ ਇਹਨੂੰ ਮੈਂ ਇਹੀ ਕਹਾਂਗਾ ਕਿ ਇਹ ਜਿਹੜੀ ਸਰਕਾਰ ਹੈ, ਜਿਹੜਾ ਇਹਦਾ ਬਦਲਾਅ ਹੈ, ਇਹ ਗਿਰਗਟ ਦੇ ਰੰਗ ਬਦਲਣ ਵਾਂਗੂ ਹੀ ਹੈ ਜੀ। ਨਹੀਂ ਤਾਂ ਉਹਨਾਂ ਨੇ ਇਹ ਵੀ ਆਖਿਆ ਨਾਲ, ਕਹਿੰਦੇ ਅਸੀਂ ਵਕਤੀ ਤੌਰ ਤੇ ਰੱਖ ਰਹੇ ਹਾਂ, ਹਾਲਾਂਕਿ ਅਸੀਂ 550 ਜਿਹੜੀ ਪੱਕੇ ਪ੍ਰੋਫੈਸਰਾਂ ਦੀ ਭਰਤੀ ਆ ਅਮਿਤ ਹੈਰ ਕਹਿੰਦੇ ਉਹ ਵੀ ਲੈ ਕੇ ਆਵਾਂਗੇ, ਉਹ ਵੀ ਕੱਢਾਂਗੇ। ਸਰ ਜਿਹੜੀ ਭਰਤੀ ਆਲਰੇਡੀ ਹੋ ਚੁੱਕੀ ਹੈ, 1158 ਪ੍ਰੋਫੈਸਰ ਜਿਹੜੇ ਸੀਗੇ ਉਹ ਰੱਖੇ ਜਾ ਚੁੱਕੇ ਸੀ ਤਾਂ ਉਹਨਾਂ ਨੂੰ ਹੀ ਸਹੀ ਤਰ੍ਹਾਂ ਨਾਲ ਕੋਰਟ ਵਿੱਚ ਡਿਫੈਂਡ ਕਰਕੇ ਤੇ ਉਹਨਾਂ ਨੂੰ ਬਹਾਲ ਕਰਨ ਦੀ ਗੱਲ ਸਰਕਾਰ ਕਿਉਂ ਨਹੀਂ ਕਰ ਰਹੀ ਹੈ? ਮਤਲਬ ਇਹ ਤਾਂ ਹੈ ਕਿ ਜਿਹੜਾ ਪੁਰਾਣਾ ਹੋ ਗਿਆ ਉਹਨੂੰ ਅਸੀਂ ਢਾਹ ਕੇ ਨਵਾਂ ਬਣਾਵਾਂਗੇ, ਤਾਂ ਇਹ 'ਚ ਸਿਰਫ ਵਾਹਵਾ ਖੱਟਣ ਵਾਲੀ ਗੱਲ ਹੀ ਦਿਖ ਰਹੀ ਆ। ਅਸੀਂ ਜਿਹੜੇ 1158 ਦੇ ਵਿੱਚ ਜਿੰਨੇ ਵੀ ਆਏ ਆ ਉਹ ਸਾਰੇ ਦੇ ਸਾਰੇ ਇਹ ਇਦਾਂ ਦੀ ਭਰਤੀ ਅੱਜ ਤੋਂ ਪਹਿਲਾਂ ਕਦੇ ਨਹੀਂ ਹੋਈ ਜੀ। ਇੰਟਰਵਿਊਆਂ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਕਿਹੋ ਜਿਹੀਆਂ ਸਿਫਾਰਸ਼ਾਂ ਚੱਲਦੀਆਂ ਨੇ, ਕਿਹੋ ਜਿਹਾ ਵਰਤਾਰਾ ਹੁੰਦਾ ਆ। ਇਸ ਭਰਤੀ ਜਿਹੜੀ ਸੀਗੀ ਇਹ ਨਿਰੋਲ ਮੈਰਿਟ ਦੇ ਬੇਸ ਤੇ ਸੀਗੀ, ਰਿਟਨ ਟੈਸਟ ਹੋਇਆ, ਉਸ ਤੋਂ ਪਹਿਲਾਂ ਐਲੀਜੀਬਿਲਟੀ ਚੈੱਕ ਕੀਤੀ ਗਈ ਕਿ ਨੈਟ ਦੇ ਬੇਸ ਤੇ ਹੋਣਾ ਚਾਹੀਦਾ, ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ। ਉਸ ਤੋਂ ਬਾਅਦ ਟੈਸਟ ਦੇ ਬੇਸ ਤੇ ਜਿਹੜੇ ਮੈਰਿਟ ਤੇ ਆ ਗਏ ਉਹੀ ਭਰਤੀ ਹੋਏ, ਤਾਂ ਇਹਦੇ ਨਾਲੋਂ ਵਧੀਆ ਭਰਤੀ ਹੋਈ ਤਾਂ ਪਹਿਲਾਂ ਕਦੇ ਨਹੀਂ ਹੋਈ ਹੈਗੀ। ਤੇ ਇਹਨੂੰ ਡਿਫੈਂਡ ਕਰਨ ਦੀ ਬਜਾਏ, ਇਹਨੂੰ ਬਹਾਲ ਕਰਨ ਦੀ ਬਜਾਏ, ਜਿਹੜੇ ਇੰਨੇ ਮੈਰਿਟ ਤੇ ਆਏ ਵਿਦਿਆਰਥੀ ਸੀਗੇ, ਕੈਂਡੀਡੇਟ ਸੀਗੇ, ਉਹਨਾਂ ਨੂੰ ਬਹਾਲ ਕਰਨ ਦੀ ਬਜਾਏ ਸਰਕਾਰ ਜਿਹੜੀ ਨਵੇਂ ਸਬਜ਼ਬਾਜ਼ ਦਿਖਾ ਰਹੀ ਹੈ, ਉਹ ਦਿਖ ਹੀ ਰਿਹਾ ਕਿ ਚੋਣਾਂ ਤੋਂ ਪਹਿਲਾਂ ਵੀ ਸੀਗੇ, ਹੁਣ ਵੀ ਦਿਖਾਏ ਜਾ ਰਹੇ ਨੇ। ਉਹਨਾਂ ਦੀ ਭਰਤੀ ਹੋਣ ਤੇ ਹੁਣ ਸਾਨੂੰ ਸ਼ੱਕ ਆ ਕਿ ਇਹ ਪੂਰੇ ਕਰਨਗੇ ਵੀ ਕਿ ਨਹੀਂ ਕਰਨਗੇ ਜੀ। ਤਾਂ ਬਾਈ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਮਿਹਨਤ ਕਰਦਿਆਂ ਨੂੰ? ਸਰ ਮੈਂ ਪਿਛਲੇ 5-6 ਸਾਲ ਤੋਂ ਮਿਹਨਤ ਕਰ ਰਿਹਾ। ਮੈਂ ਜੇਆਰਐਫ ਵੀ ਹਾਂ, ਮੈਂ ਪੰਜਾਬ ਯੂਨੀਵਰਸਿਟੀ ਅਸਿਸਟੈਂਟ। ਬੇਰੁਜ਼ਗਾਰ ਤੇ ਜਦੋਂ ਤੋਂ ਪੇਪਰਾਂ ਦੀ ਤਿਆਰੀ ਕਰ ਰਹੇ ਹੋ 5 ਸਾਲ? ਬਿਲਕੁਲ ਬਿਲਕੁਲ ਸਰ, ਉਸ ਟਾਈਮ ਤੋਂ ਹੀ ਮੈਂ ਤਿਆਰੀ ਕਰ ਰਿਹਾ ਤੇ ਹੁਣ ਇਹਨਾਂ ਨੇ ਨਵਾਂ ਫੈਸਲਾ ਕੱਢਤਾ ਕਿ ਅੱਛਾ, ਮੈਂ ਉਸੇ ਗੱਲ ਤੇ ਆਉਣ ਲੱਗਿਆ ਸੀ ਕਿ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਨੂੰ ਉਮੀਦ ਸੀ ਕਿ ਨੌਕਰੀ ਮਿਲੂਗੀ ਜਾਂ ਜਿਹੜੇ ਪੈਂਡਿੰਗ ਸੀਗੇ ਉਹਨਾਂ 'ਚ ਤੁਹਾਡਾ ਨੰਬਰ ਆ ਜਾਊਗਾ ਜਾਂ ਹੋਰ ਭਰਤੀ ਨਿਕਲੂਗੀ ਤਾਂ ਤੁਹਾਡਾ ਨੰਬਰ ਆ ਜਾਊਗਾ, ਪਰ ਸਰਕਾਰ ਤਾਂ ਕਹਿੰਦੀ ਜਿਹੜਾ ਸੇਵਾ ਮੁਕਤ ਨੇ ਉਹ ਸਾਨੂੰ ਠੀਕ ਨੇ, ਤੁਸੀਂ ਨਵੇਂ ਨਹੀਂ ਚਾਹੀਦੇ। ਬਿਲਕੁਲ ਸਰ, ਇਹ ਸਿਰਫ ਇੱਕ ਟੈਂਪਰੇਰੀ ਤੌਰ ਤੇ, ਜਿੱਦਾਂ ਕਿ 2000 ਦੇ ਵਿੱਚ ਪਹਿਲਾਂ ਕੀਤਾ ਗਿਆ ਸੀਗਾ ਕਿ ਅਸੀਂ 1-2 ਸਾਲਾਂ ਦੇ ਵਿੱਚ ਨਵੀਂ ਭਰਤੀ ਕੱਢਾਂਗੇ ਤੇ ਉਸ ਟਾਈਮ ਤੇ ਇਹਨਾਂ ਨੇ ਗੈਸਟ ਫੈਕਲਟੀ ਨੂੰ ਰੱਖ ਲਿਆ ਗਿਆ ਸੀ ਕਿ ਜਦੋਂ ਵੀ ਦੁਬਾਰਾ ਪੱਕੀ ਭਰਤੀ ਨਿਕਲੂਗੀ ਤਾਂ ਅਸੀਂ ਇਹਨਾਂ ਨੂੰ ਰਿਲੀਵ ਕਰ ਦਾਂਗੇ। ਤੇ ਉਹੀ ਅੱਜ 22 ਸਾਲ ਹੋ ਚੁੱਕਿਆ, ਉਸ ਤੋਂ ਬਾਅਦ ਕੋਈ ਭਰਤੀ ਨਹੀਂ ਕੱਢੀ ਗਈ। 20-22 ਸਾਲ ਹੁਣ ਵੀ ਇਹ ਆ ਕਿ 500 ਦਾ ਨਾਮ ਜ਼ਰੂਰ ਯੂਜ਼ ਕਰ ਲਿਆ ਕਿ ਅਸੀਂ ਕੱਢਾਂਗੇ, ਬਟ ਇਦਾਂ ਦੀ ਕੋਈ ਉਮੀਦ ਨਹੀਂ ਹੈਗੀ ਕਿ ਇਹ ਸਰਕਾਰ ਸੁਹਿਰਦਾ ਅਗਰ ਇਹ ਕੱਢਣੀ ਹੋਵੇ ਤਾਂ ਹੁਣ ਵੀ ਕੱਢ ਸਕਦੀ ਹੈ। ਹੁਣ ਕੀ ਹੋਇਆ, ਇਹਨਾਂ ਨੂੰ ਟੈਂਪਰੇਰੀ ਲਿਆਉਣ ਦੀ ਜ਼ਰੂਰਤ ਕੀ ਪਈ ਆ? ਸਿਰਫ ਤੇ ਸਿਰਫ ਇੱਕ ਪ੍ਰਾਈਵੇਟਾਈਜੇਸ਼ਨ ਦਾ ਏਜੰਡਾ, ਜਿਹੜੀ ਇਹਨਾਂ ਨੇ ਪਹਿਲਾਂ ਵਾਲਾ ਸੀਐਮ ਸੀਗਾ ਉਹ ਸੀਯੂ ਜਾ ਕੇ ਨੱਚਦਾ ਸੀਗਾ, ਹੁਣ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਪਿੱਛੇ ਹੋਏ ਆ, ਸਾਰੇ ਲੱਗੇ ਹੋਏ ਆ, ਚੀਫ ਪੈਟਰਨ ਉਹਨਾਂ ਨੂੰ ਬਣਾਇਆ। ਸਿਰਫ ਇਹ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਕਿ ਸਰਕਾਰੀ ਕਾਲਜਾਂ ਨੂੰ ਖਤਮ ਕਰੋ, ਜਿਹੜੇ 60-65 ਸਾਲ ਦੇ ਉਹਨਾਂ ਨੂੰ ਵਿੱਚ ਲੈ ਕੇ ਆਓ, ਕਿਉਂਕਿ ਨਾ ਉਹ ਡਿਮਾਂਡ ਕਰਨਗੇ ਕਿ ਸਾਨੂੰ ਹੁਣ ਪੱਕੇ ਕਰੋ ਜਾਂ ਅੱਗੇ ਵਧਾਓ। ਪਤਾ ਹੀ ਆ ਕਿ 5-7 ਸਾਲ ਵੱਧ ਤੋਂ ਵੱਧ ਜ਼ਿਆਦਾ ਤੋਂ ਜ਼ਿਆਦਾ ਉਹ ਪੜ੍ਹਾ ਸਕਦੇ ਆ, ਨਾ ਕੋਈ ਪੱਕੇ ਦੀ ਡਿਮਾਂਡ ਹੋਗੀ, ਪਰ 5-4 ਸਾਲ ਇਹਨਾਂ ਸਰਕਾਰੀ ਕਾਲਜਾਂ ਨੂੰ ਹੌਲੀ ਹੌਲੀ ਖਤਮ ਕਰੋ ਤੇ ਪ੍ਰਾਈਵੇਟਾਈਜੇਸ਼ਨ ਵੱਲ ਵਧੋ। ਸਿਰਫ ਏਜੰਡਾ ਸਰਕਾਰ ਦਾ ਪ੍ਰਾਈਵੇਟਾਈਜੇਸ਼ਨ ਆ। ਇਹ ਬੀਜੇਪੀ ਦੀ ਬੀ ਟੀਮ ਹੈ, ਇਹ ਹੋਰ ਕੁਛ ਨਹੀਂ ਆ। ਸਿਰਫ ਇੱਕ ਨੀਤੀ ਆ, ਇੱਕ ਨੀਤੀ ਤੇ ਸਰਕਾਰ ਚੱਲ ਰਹੀ ਆ। ਇਹ ਪੰਜਾਬ ਬਚਾਓ ਨਾਂ ਦੀ ਇਹ ਕੋਈ ਨੀਤੀ ਨਹੀਂ ਹੈ, ਵੋਟ ਕਮਾਓ ਨਾਂ ਦੀ ਨੀਤੀ ਤੇ ਇਹ ਸਰਕਾਰ ਜਿਹੜੀ ਚੱਲ ਰਹੀ ਹੈ। ਬਿਲਕੁਲ ਤਾਂ ਜਿਸ ਤਰ੍ਹਾਂ ਲੱਗਦਾ ਕਿ ਮਾਨ ਸਾਹਿਬ ਜਿਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਜਾਂ ਸਰਕਾਰ ਤੋਂ ਪਹਿਲਾਂ ਹਰ ਗੱਲ ਤੇ ਨੌਜਵਾਨਾਂ ਨੂੰ ਤਰਜੀਹ ਦਿੰਦੇ ਸੀ ਕਿ ਆ ਵੀ ਨੌਜਵਾਨਾਂ ਦੇ ਲਈ, ਆ ਵੀ ਨੌਜਵਾਨਾਂ ਦੇ ਲਈ, ਤਾਂ ਹੁਣ ਲੱਗਦਾ ਪਹਿਲਾਂ ਪਟਵਾਰੀਆਂ ਦੀ ਭਰਤੀ ਸੇਵਾ ਮੁਕਤ ਰੱਖੇ ਗਏ ਤਾਂ ਹੁਣ ਪ੍ਰੋਫੈਸਰਾਂ ਦੀ ਭਰਤੀ ਜਿਹੜੇ ਕਹਿੰਦੇ ਸੀ ਸੇਵਾ ਮੁਕਤ ਲੱਗਦੇ ਨੇ, ਤਾਂ ਕੀ ਲੱਗਦਾ ਸੀਐਮ ਆਪਣੀ ਉਸ ਗੱਲ ਤੇ ਹੈਗੇ ਨੇ ਅੱਜ? ਸਰ ਬਿਲਕੁਲ, ਇਸ ਤੋਂ ਤੁਸੀਂ ਖੁਦ ਦੇਖ ਸਕਦੇ ਹੋ ਕਿ ਹਨਾ ਜਿਹੜੇ ਆਲਰੇਡੀ ਸੇਵਾ ਮੁਕਤ ਹੋ ਚੁੱਕੇ ਉਹਨਾਂ ਨੂੰ ਰੱਖਣ ਦਾ ਕੋਈ ਇੱਕ ਰੀਜ਼ਨ ਤਾਂ ਦੱਸਣ ਨਾ ਕਿ ਕੀ ਰੀਜ਼ਨ ਆ, ਕਿ ਪੰਜਾਬ ਦੇ ਵਿੱਚੋਂ ਟੈਲੈਂਟ ਖਤਮ ਹੋ ਗਿਆ ਜਾਂ ਨਵੇਂ ਜਿਹੜੇ ਜੰਗ ਆ ਕਿ ਉਹ ਕੁਆਲੀਫਾਈਡ ਨਹੀਂ ਆ। ਪਹਿਲਾਂ ਇੱਕ ਪਾਸੇ ਸਰਕਾਰ ਨੇ ਪਹਿਲੇ ਅਨਕੁਆਲੀਫਾਈਡ ਬੰਦੇ ਸਿਰਫ ਇਸ ਤਰਜ਼ ਤੇ ਕਿ ਸਾਨੂੰ ਵੋਟ ਬਟੋਰੋ ਕਿ ਜੇ ਅਸੀਂ ਇਹਨਾਂ ਨੂੰ ਬਾਹਰ ਕੀਤਾ ਤਾਂ ਸਾਨੂੰ ਵੋਟਾਂ ਦਾ ਨੁਕਸਾਨ ਹੋਊਗਾ। ਆਲਰੇਡੀ ਬੰਦੇ ਉਹ ਸਿਸਟਮ ਦੇ ਵਿੱਚ ਹੈਗੇ ਨੇ। ਜੇ ਤੁਸੀਂ ਅੱਜ ਵੀ ਸਰਕਾਰੀ ਕਾਲਜਾਂ ਦੇ ਜਿਹੜੇ ਪ੍ਰੋਫੈਸਰ ਪੜ੍ਹਾ ਰਹੇ ਆ ਗੈਸਟ ਫੈਕਲਟੀ ਦੇ ਨਾਂ ਤੇ, ਉਹਨਾਂ ਦੇ ਜਾ ਕੇ ਡਾਟਾ ਚੈੱਕ ਕਰੋ, ਕਿਤੇ ਵੀ ਆਰਟੀਆਈ ਪਾ ਕੇ ਦੇਖੋ ਕਿ ਉਹਨਾਂ ਵਿੱਚੋਂ ਕਿੰਨੇ ਬੰਦੇ ਕੁਆਲੀਫਾਈਡ ਨੇ। ਅਨਕੁਆਲੀਫਾਈਡ ਸਿਰਫ ਰੱਖੇ ਹੋਏ ਆ, ਉਹਨਾਂ ਦੀਆਂ ਪਹਿਲਾਂ ਤਨਖਾਹਾਂ ਵਧਾਈਆਂ ਗਈਆਂ ਸਿਰਫ ਇਹਦੇ ਨਾਂ ਤੇ ਕਿ ਸਾਨੂੰ ਵੋਟਾਂ 'ਚ ਕੋਈ ਨੁਕਸਾਨ ਨਾ ਹੋਵੇ। ਜੇ ਤੁਸੀਂ ਸੋਚਦੇ ਹੋ ਕਿ ਜਾਂ ਇੱਥੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕੁਝ ਕਾਲਜਾਂ ਦੇ ਵਿੱਚ ਹੋ ਰਿਹਾ ਜਾਂ ਇਹ ਪੰਜਾਬ ਲਈ ਕੋਈ ਅਗਾਂਹ ਵਧੂ ਸਟੈਪ ਲਈ, ਇੱਦਾਂ ਦਾ ਕੁਝ ਨਹੀਂ। ਸਿਰਫ ਇਹ ਵੋਟ ਵਟੋਰੂ
ਤੋਰੂ ਨੀਤੀ ਚੱਲ ਰਹੀ ਆ। ਇੱਥੇ ਕਹਿ ਦਿੱਤਾ ਗਿਆ ਕਿ ਅਸੀਂ ਕੱਚਿਆਂ ਨੂੰ ਪੱਕੇ ਕਰਾਂਗੇ। ਹਾਈ ਕੋਰਟ ਸੁਪਰੀਮ ਕੋਰਟ ਦੇ ਪਹਿਲਾਂ ਹੀ ਆਰਡਰ ਆ ਕਿ ਇਹ ਪੱਕੇ ਹੋ ਹੀ ਨਹੀਂ ਸਕਦੇ। ਤੁਸੀਂ ਪੱਕੇ ਕਿਵੇਂ ਕਰ ਸਕਦੇ ਹੋ? ਸਿਰਫ ਇਹ ਆ ਕਿ ਅਸੀਂ ਬਾਅਦ ਦੇ ਵਿੱਚ ਕਹਿ ਦਾਂਗੇ, ਪਹਿਲਾਂ ਕਵਾਂਗੇ ਵੋਟਾਂ ਤੋਂ ਪਹਿਲਾਂ ਕਿ ਅਸੀਂ ਪੱਕੇ ਕਰਨੇ ਸੀ, ਬਾਅਦ ਦੇ ਵਿੱਚ ਸੁਪਰੀਮ ਕੋਰਟ ਹਾਈ ਕੋਰਟ ਦਾ ਨਾਮ ਲੈ ਦਿਆਂਗੇ ਕਿ ਇਹਨਾਂ ਰੀਜ਼ਨਾਂ ਕਰਕੇ ਪੱਕੇ ਹੋ ਹੀ ਨਹੀਂ ਸਕਦੇ। ਕਿਉਂਕਿ ਆਰਡਰ ਤਾਂ ਜੇ 6 ਮਹੀਨੇ ਪਹਿਲਾਂ ਸਰਕਾਰ ਨਹੀਂ ਸੀਗੀ, ਆਰਡਰ ਉਸ ਟਾਈਮ ਵੀ ਉਹੀ ਸੀਗੇ ਕਿ ਇਹ ਪੱਕੇ ਨਹੀਂ ਹੋ ਸਕਦੇ। ਆਰਡਰ ਅੱਜ ਵੀ ਉਹੀ ਆ ਕਿ ਪੱਕੇ ਨਹੀਂ ਹੋ ਸਕਦੇ। ਸਿਰਫ ਇਹ ਇੱਕ ਵਾਅਦੇ ਆ ਜਿਹੜੇ ਵੋਟਾਂ ਤੋਂ ਪਹਿਲਾਂ ਕੀਤੇ ਜਾਂਦੇ, ਜੋ ਆਲਰੇਡੀ ਪਤਾ ਹੁੰਦਾ ਕਿ ਇਹ ਪੱਕੇ ਹੋ ਹੀ ਨਹੀਂ ਸਕਦੇ। ਬਸ ਬਾਅਦ ਦੇ ਵਿੱਚ ਇਹ ਕਹਿ ਦਿੱਤਾ ਜਾਂਦਾ ਕਿ ਇਹਨਾਂ ਨੂੰ ਪੱਕੇ ਕਰਨਾ ਸੀ, ਪਰ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਆ ਕਿ ਇਹ ਪੱਕੇ ਨਹੀਂ ਹੋ ਸਕਦੇਗੇ। ਤਾਂ ਮੈਡਮ ਤੁਸੀਂ ਵੀ 1158 ਦੇ ਵਿੱਚੋਂ ਹਾਂਜੀ ਤੁਸੀਂ ਪੜ੍ਹਾ ਰਹੇ ਹੋ ਮੌਜੂਦਾ ਹਾਂਜੀ ਮੈਂ ਰੋਪੜ ਕਾਲਜ ਵਿੱਚ ਪੜ੍ਹਾ ਰਹੀ ਹਾਂ ਔਰ ਮੇਰਾ 8 ਮਹੀਨੇ ਦਾ ਐਕਸਪੀਰੀਅੰਸ ਹੈ। ਔਰ ਜੋ 8 ਮਹੀਨੇ ਦਾ ਮੇਰਾ ਐਕਸਪੀਰੀਅੰਸ ਹੈ ਉਹ ਤੋਂ ਮੈਨੂੰ ਇਹ ਪਤਾ ਲੱਗਦਾ ਹੈ ਕਿ ਅਗਰ ਆਪਾਂ ਚੰਡੀਗੜ੍ਹ ਨਾਲ ਵੀ ਕੰਪੇਅਰ ਕਰੀਏ ਤਾਂ ਮੈਨੂੰ ਲੱਗਦਾ 80-90% ਫਰਕ ਹੈ ਉੱਥੋਂ ਦੇ ਯੂਥ ਦਾ ਔਰ ਇੱਥੋਂ ਦੇ ਯੂਥ ਦਾ। ਔਰ ਜੇ ਮੈਂ ਇਸ ਹਿਸਾਬ ਨਾਲ ਦੇਖਦੀ ਹਾਂ ਨਾ, ਆਉਣ ਵਾਲੇ 5-6 ਸਾਲਾਂ ਵਿੱਚ ਸਾਡਾ ਪੰਜਾਬ 50-60% ਡੀਗ੍ਰੇਡ ਹੋਊਗਾ। ਮਤਲਬ ਬੱਚਿਆਂ ਵਿੱਚ ਜੋ ਇੱਕ ਇੰਟੈਲੈਕਚੁਅਲ ਲੈਵਲ ਹੋਣਾ ਚਾਹੀਦਾ ਗ੍ਰੈਜੂਏਸ਼ਨ ਲੈਵਲ ਦਾ, ਉਹ ਉਨਾ ਨਹੀਂ ਹੈਗਾ। ਮਤਲਬ ਮੈਨੂੰ ਲੱਗਦਾ ਉਹਨਾਂ 'ਚ +2 ਦੇ ਲੈਵਲ ਦੀ ਵੀ ਸਮਝ ਨਹੀਂ ਹੈਗੀ। ਉਹਨਾਂ ਨੂੰ ਅਗਰ ਤੁਸੀਂ ਅੱਜ BA ਦੇ ਇੱਕ ਬੱਚੇ ਨੂੰ ਕਹਿ ਦੋਗੇ ਕਿ ਐਪਲੀਕੇਸ਼ਨ ਲਿਖੇ ਤਾਂ ਉਹ ਨਹੀਂ ਲਿਖ ਪਾਉਂਦਾ, ਜੋ ਕਿ ਅਸੀਂ 5th ਔਰ 6th ਵਿੱਚ ਸਿੱਖ ਜਾਂਦੇ ਆ। ਇਹਦਾ ਮੈਨੂੰ ਲੱਗਦਾ ਰੀਜ਼ਨ ਇਹੀ ਹੈ ਕਿ ਐਲੀਜੀਬਲ ਜੋ ਟੀਚਰਸ ਹੈਗੇ ਆ ਉਹ ਨਹੀਂ ਜਾ ਰਹੇ। ਨਾਨ ਐਲੀਜੀਬਲ ਜਾਂ ਟੈਂਪਰੇਰੀ ਟੀਚਰ ਉਹਨਾਂ ਨੂੰ ਟੈਂਪਰੇਰੀ ਨੌਲੇਜ ਹੀ ਦੇ ਰਹੇ ਆ। ਇੱਕ ਕੁਆਲਿਟੀ ਐਜੂਕੇਸ਼ਨ ਤੋਂ ਉਹ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਗੈਸਟ ਫੈਕਲਟੀ ਟੀਚਰ ਜਿਹੜੇ ਸਰਕਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ ਭੇਜ ਰਹੀ ਆ, ਤਾਂ ਕਿਤੇ ਨਾ ਕੋਈ ਨੁਕਸਾਨ ਆ ਵੱਡਾ ਵਿਦਿਆਰਥੀਆਂ ਦਾ। ਸਰ ਬਹੁਤ ਵੱਡਾ ਨੁਕਸਾਨ ਹੈ। ਬਹੁਤ ਸਾਰੇ ਟੀਚਰਸ ਤਾਂ ਇਦਾਂ ਦੇ ਹੈਗੇ ਜਿਹੜੇ ਐਲੀਜੀਬਲ ਵੀ ਨਹੀਂ ਹੈਗੇ, ਔਰ ਜਿਨ੍ਹਾਂ ਤੋਂ ਮਤਲਬ ਮੈਂ ਕਹਿੰਦੀ ਹਾਂ ਜੋ ਨੈਟ ਨਹੀਂ ਕੁਆਲੀਫਾਈ ਕਰ ਸਕਦਾ ਉਹਦੇ ਕੋਲ ਕਿਸ ਲੈਵਲ ਦੀ ਐਜੂਕੇਸ਼ਨ ਹੋ ਸਕਦੀ ਹੈ ਔਰ ਉਹ ਕਿਸ ਲੈਵਲ ਦੀ ਐਜੂਕੇਸ਼ਨ ਨੂੰ ਅੱਗੇ ਡਿਲੀਵਰ ਕਰਦਾ ਹੈ। ਦੂਸਰੀ ਗੱਲ, ਬਹੁਤ ਸਾਰੇ ਟੀਚਰਸ ਇਦਾਂ ਦੇ ਵੀ ਆ ਜਿਹੜੇ ਉਸੇ ਕਾਲਜ ਚੋਂ ਪੜ੍ਹਦੇ ਆ ਔਰ ਉੱਥੇ ਹੀ ਵਾਰ-ਵਾਰ ਲੱਗੀ ਜਾ ਰਹੇ ਆ ਔਰ ਉਹਨਾਂ ਨੂੰ ਕਿਤੇ ਨਾ ਕਿਤੇ ਸੀਨੀਅਰ ਟੀਚਰਸ ਵੀ ਸਪੋਰਟ ਕਰਦੇ ਆ। ਉਹਦੇ ਨਾਲ ਵੀ ਮੈਨੂੰ ਇਹ ਲੱਗਦਾ ਕਿ ਉਹਨਾਂ ਦਾ ਐਕਸਪੋਜ਼ਰ ਨਹੀਂ ਹੈਗਾਗਾ। ਜਿਵੇਂ ਅਸੀਂ ਪੰਜਾਬ ਤੋਂ ਆ ਕੇ ਯੂਨੀਵਰਸਿਟੀ ਵਿੱਚ ਪੜ੍ਹਦੇ ਹਾਂ, ਯੂਨੀਵਰਸਿਟੀ ਵਿੱਚ ਫਰਦਰ ਅਸੀਂ ਕਾਨਫਰੰਸਿਸ PhD ਇਹਦੇ ਥਰੂ ਸਾਡਾ ਐਕਸਪੋਜ਼ਰ ਹੈ ਔਰ ਕਿਤੇ ਨਾ ਕਿਤੇ ਐਜੂਕੇਸ਼ਨ ਵਿੱਚ ਵੀ, ਐਜੂਕੇਸ਼ਨ ਡਿਲੀਵਰੀ ਵਿੱਚ ਵੀ ਫਰਕ ਪੈਂਦਾ। ਉਹਦੇ ਨਾਲ ਜੋ ਐਜੂਕੇਸ਼ਨ ਦੀ ਕੁਆਲਿਟੀ ਆ ਉਹਨੂੰ ਬਹੁਤ ਫਰਕ ਪੈਂਦਾ। ਉਹ ਡੀਗ੍ਰੇਡ ਹੁੰਦੀ ਆ, ਉਹਦੇ ਨਾਲ ਸਟੂਡੈਂਟਸ ਡੈਫੀਨੇਟਲੀ ਜੋ ਯੂਥ ਹੈ ਉਹ ਡੀਗ੍ਰੇਡ ਹੋਣਾ ਸਟਾਰਟ ਹੋ ਜਾਂਦਾ। ਤਾਂ ਤੁਹਾਡੀ ਜਿਹੜੀ ਤੁਸੀਂ 1158 ਦੇ ਵਿੱਚ ਭਰਤੀ ਹੋ, ਤੁਹਾਡੀ ਭਰਤੀ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਆ, ਤੇ ਦੂਜੇ ਪਾਸੇ ਸਰਕਾਰ ਨੇ ਇਹ ਭਰਤੀ ਨੂੰ ਡਿਫੈਂਡ ਕਰਨ ਦੀ ਬਜਾਏ ਸਰਕਾਰ ਨੇ ਕਿਹਾ ਕਿ ਜਿਹੜੇ ਸੇਵਾ ਮੁਕਤ ਨੇ ਉਹ ਪੜਾਉਣਗੇ ਹੁਣ। ਹਾਂਜੀ, ਇਹ ਤਾਂ ਮੈਨੂੰ ਐਂ ਲੱਗਦਾ ਇਹ ਬਹੁਤ ਵੱਡੀ ਤਰਾਸਦੀ ਆ। ਤੁਸੀਂ ਇਹ ਦੇਖੋ ਸਰ, ਇੱਕ ਕਾਲਜ ਵਿੱਚ ਜਦੋਂ ਅਸੀਂ ਪੜਾਉਣ ਜਾਂਦੇ ਆ 1 ਘੰਟਾ 45 ਮਿੰਟਸ ਮਿਨੀਮਮ ਲੈਕਚਰ ਹੁੰਦਾ। ਰਿਟਾਇਰਮੈਂਟ ਦੀ ਏਜ ਕਿਉਂ ਰੱਖੀ ਜਾਂਦੀ ਹੈ? ਰਿਟਾਇਰਮੈਂਟ ਦੀ ਏਜ ਇਸੇ ਕਰਕੇ ਰੱਖੀ ਜਾਂਦੀ ਹੈ ਕਿ ਉਸ ਏਜ ਤੇ ਆ ਕੇ ਜੋ ਸਾਡੀ ਇੱਕ ਪਰਸਨ ਦੀ ਵਰਕ ਕੈਪੈਸਿਟੀ ਫਿਜ਼ੀਕਲੀ ਔਰ ਮੈਂਟਲੀ ਬਹੁਤ ਘਟ ਜਾਂਦੀ ਹੈ। ਤਾਂ 1 ਘੰਟਾ ਸਾਡਾ ਜੋ ਐਜੂਕੇਸ਼ਨ ਸਿਸਟਮ ਆ ਉਹ ਲੈਕਚਰ ਬੇਸਡ ਹੈ। ਮਤਲਬ 1 ਘੰਟਾ ਤੁਸੀਂ ਖੜੇ ਹੋਣਾ ਔਰ ਖੜੇ ਹੋ ਕੇ ਬੱਚਿਆਂ ਨੂੰ ਬੋਲਣਾ ਆ। ਡਿਸਕਸ਼ਨ ਬੇਸਡ ਨਹੀਂ ਹੈ ਕਿ ਅੱਗੋਂ ਬੱਚੇ ਤੁਹਾਨੂੰ ਬੱਚਿਆਂ ਦੀ ਕੁਐਸਚਨਿੰਗ ਹੁੰਦੀ ਹੈ ਬਟ ਬਹੁਤ ਲਿਮਿਟਿਡ ਹੁੰਦੀ ਹੈ। ਅਸੀਂ ਲੈਕਚਰ ਡਿਲੀਵਰ ਕਰਦੇ ਹਾਂ। 45 ਮਿੰਟ ਬੋਲਣਾ ਬਹੁਤ ਵੱਡੀ ਗੱਲ ਹੈ ਐਂਡ 60+ ਕਿੱਦਾਂ ਇਸ ਚੀਜ਼ ਨੂੰ ਹੈਂਡਲ ਕਰ ਸਕਦਾ। ਤਾਂ ਇਹ ਮੈਨੂੰ ਲੱਗਦਾ ਆਪਣੇ ਸਟੂਡੈਂਟਸ ਨਾਲ, ਹਾਇਰ ਐਜੂਕੇਸ਼ਨ ਨਾਲ ਔਰ ਸਭ ਨਾਲ ਧੱਕਾ ਹੀ ਹੈ ਸਰ। ਪਰ ਜਿਹੜੀ ਤੁਹਾਡੀ ਭਰਤੀ ਆ ਉਸ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਸਰਕਾਰ ਸੰਜੀਦਾ ਹੈ ਜਿਹੜੀ ਹਾਈ ਕੋਰਟ ਵੱਲੋਂ ਰੱਦ ਹੋਈ ਹੈ? ਬਿਲਕੁਲ ਵੀ ਉਹ ਸਾਡੇ ਹੱਕ 'ਚ ਨਹੀਂ ਮੈਨੂੰ ਇਸ ਟਾਈਮ ਲੱਗ ਰਹੀ, ਕਿਉਂਕਿ ਕੋਈ ਉਹਨਾਂ ਨੇ ਇੱਕ ਵੀ ਸਟੇਟਮੈਂਟ ਵੀ ਨਹੀਂ ਦਿੱਤੀ ਕਿ ਹਾਂਜੀ ਚਲੋ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ ਜਾਂ ਅਸੀਂ ਦੇਖਾਂਗੇ ਜਾਂ ਤੁਸੀਂ ਐਲੀਜੀਬਲ ਹੈਗੇ ਹੋ। ਠੀਕ ਹੈ, ਉਹਨਾਂ ਨੂੰ ਤਾਂ ਇਦਾਂ ਲੱਗਦਾ ਕਿ ਮਤਲਬ ਇਹ ਇੱਕ ਸਰਕਾਰ ਦੀ ਗੇਮ ਹੈ, ਅਸੀਂ ਉਹਦੇ ਵਿੱਚ ਫੁੱਟਬਾਲ ਦਾ ਕੰਮ ਕਰ ਰਹੇ ਹਾਂ। ਕਾਂਗਰਸ ਨੇ ਕਿੱਕ ਮਾਰੀ ਇੱਧਰ ਆ ਗਏ, ਇੱਧਰੋਂ ਹੁਣ ਆਪ ਕਿੱਕ ਮਾਰਦੀ ਆ ਪਿੱਛੇ ਜਾਓ। ਠੀਕ ਹੈ, ਉਹ ਕਹਿੰਦੇ ਆ ਵੀ ਅਸੀਂ ਮਤਲਬ ਦੁਬਾਰਾ ਕੱਢ ਕੇ ਇਹਦਾ ਕ੍ਰੈਡਿਟ ਲੈਣਾ। ਉਹਦੇ ਵਿੱਚ ਅਸੀਂ ਜਿਹੜੇ ਐਲੀਜੀਬਲ ਕੈਂਡੀਡੇਟ ਆ ਅਸੀਂ ਫਸੇ ਹੋਏ ਆ। ਹਾਲਾਂਕਿ ਸਰਕਾਰ 1158 ਨਹੀਂ ਕਹਿੰਦੀ 550 ਭਰਤੀਆਂ ਕੱਢਾਂਗੇ, 550 ਵੈਕੈਂਸੀਜ਼ ਕੱਢਾਂਗੇ। ਪਤਾ ਨਹੀਂ ਸਰ, ਹੁਣ ਬਹੁਤ ਸਾਰੀਆਂ ਕਦੀ ਕੁਝ ਕਹਿੰਦੇ ਆ ਕਦੀ ਕੁਝ ਕਹਿੰਦੇ ਆ। ਅਸੀਂ ਤਾਂ ਸਾਡੇ ਤਾਂ ਕੰਨ ਪੱਕ ਚੁੱਕੇ ਆ ਇਹਨਾਂ ਸਰਕਾਰਾਂ ਦੀਆਂ ਗੱਲਾਂ ਸੁਣ ਕੇ। ਪਰ ਉਹਦੇ ਵਿੱਚ ਆਈ ਥਿੰਕ ਅਸੀਂ ਕਿਤੇ ਨਾ ਕਿਤੇ, ਮਤਲਬ ਮੈਂ 25 ਤੋਂ ਪੇਪਰ ਦੇਣ ਲੱਗੀ ਆ, ਹੁਣ ਤੱਕ ਅਸੀਂ 30+ ਆ ਸਾਰੇ ਇੱਥੇ ਜਿਹੜੇ ਖੜੇ ਹੋਏ ਆ। ਹੋਰ 4 ਸਾਲਾਂ ਨੂੰ ਅਸੀਂ ਓਵਰਏਜ ਹੋ ਜਾਾਂਗੇ। ਫਿਰ ਸਰਕਾਰ ਕੋਲ ਇਸ ਗੱਲ ਦਾ ਕੋਈ ਹੱਲ ਨਹੀਂ ਹੋਣਾ, ਫਿਰ ਸਾਨੂੰ ਕਹਿਣਗੇ ਓਵਰਏਜ ਹੋ ਗਏ। ਔਰ ਮੈਂ ਤਾਂ ਇਦਾਂ ਸਰ, ਮੇਰੀ PhD ਚੱਲ ਰਹੀ ਸੀ, ਮੈਂ ਕੈਨੇਡਾ ਚਲੀ ਗਈ ਸੀ। ਕੈਨੇਡਾ ਤੋਂ ਮੈਂ ਵਾਪਸ ਆਈ ਆ ਇਸ ਲਈ ਕਿ ਨਹੀਂ ਸਾਡੇ ਕੋਲ ਇੰਨੀ ਕੁਆਲੀਫਿਕੇਸ਼ਨ ਹੈ, ਅਸੀਂ ਆਪਣੇ ਪੰਜਾਬ ਨੂੰ ਡਿਲੀਵਰ ਕਰਨੀ। ਬਟ ਪੰਜਾਬ ਦਾ ਇੰਨਾ ਬੁਰਾ ਹਾਲ ਹੈ ਕਿ ਸਾਨੂੰ ਕੋਈ ਇੱਕ ਪੋਡੀਅਮ ਵੀ ਨਹੀਂ ਦੇ ਰਹੇ ਕਿ ਜਿੱਥੇ ਅਸੀਂ ਖੜ ਕੇ ਅਸੀਂ ਆਪਣੇ ਲੋਕਾਂ ਨੂੰ ਦੱਸ ਸਕੀਏ ਕਿ ਸਹੀ ਕੀ ਹੈ, ਗਲਤ ਕੀ ਹੈ, ਸਾਡਾ ਪੰਜਾਬ ਕਿਸ ਡਾਇਰੈਕਸ਼ਨ ਨੂੰ ਜਾ ਰਿਹਾ, ਅਸੀਂ ਉਹਨੂੰ ਮੋੜ ਕੇ ਕਿਸ ਸਾਈਡ ਲੈ ਕੇ ਆਉਣਾ ਹੈ।
ਤਾਂ ਡੈਫੀਨਿਟਲੀ ਜੇ ਇਹ ਕਹਿਣਗੇ ਕਿ ਅਸੀਂ ਗੈਂਗ ਵਾਰਸ ਜਾਂ ਗੈਂਗ ਕਲਚਰ ਔਰ ਡਰੱਗਸ ਨੂੰ ਇਦਾਂ ਹੀ ਪੁਲਿਸ ਨਾਲ ਹੈਂਡਲ ਕਰ ਲਾਂਗੇ ਤਾਂ ਇਹ ਬਹੁਤ ਮੁਸ਼ਕਿਲ ਹੈ। ਇਹਦੇ ਲਈ ਇਹਨਾਂ ਨੂੰ ਆਪਣੀ ਐਜੂਕੇਸ਼ਨ, ਹਾਇਰ ਐਜੂਕੇਸ਼ਨ ਦਾ ਜੋ ਲੈਵਲ ਹੈ ਉਹਨੂੰ ਅਪ ਕਰਨਾ ਹੀ ਪੈਣਾ ਹੈ। ਔਰ ਉਹ ਟੀਚਰ ਇੱਕ ਵੈਲ ਕੁਆਲੀਫਾਈਡ ਟੀਚਰ ਹੀ ਕਰ ਸਕਦਾ ਹੈ। ਔਰ ਜੇ ਨਾਨ ਐਲੀਜੀਬਲ ਔਰ ਟੈਂਪਰੇਰੀ ਟੀਚਰ ਰੱਖੋਗੇ ਤਾਂ ਤੁਹਾਡੀ ਜਿਹੜੀ ਨੌਲੇਜ ਹੈ, ਜੋ ਤੁਹਾਡੀ ਐਜੂਕੇਸ਼ਨ ਦੀ ਡਿਲੀਵਰੀ ਆ, ਉਹ ਵੀ ਟੈਂਪਰੇਰੀ ਹੀ ਰਹੂਗੀ। ਉਹ ਤੁਹਾਡੀ ਸੁਸਾਇਟੀ ਨੂੰ ਇੰਪਰੂਵ ਨਹੀਂ ਕਰ ਸਕਦੀ। ਸੋ ਮੈਨੂੰ ਇਹ ਲੱਗਦਾ ਕਿ ਇਹ ਪੂਰੀ ਸਾਜ਼ਿਸ਼ ਹੈ ਕਿ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਅੰਤ ਵੱਲ ਸਾਨੂੰ ਵਧਾਇਆ ਜਾ ਰਿਹਾ। ਸੀਐਮ ਸਾਹਿਬ ਤਾਂ ਕਹਿੰਦੇ ਰੰਗਲਾ ਪੰਜਾਬ ਬਣਾਉਣਾ। ਰੰਗਲਾ ਪੰਜਾਬ ਸਰ, ਜਦੋਂ ਬਾਹਰ ਜਾਂਦੇ ਆ ਨਾ, ਜਿਹਨੇ ਵੀ ਇਹ ਰੰਗਲਾ ਪੰਜਾਬ ਸ਼ਬਦ ਯੂਜ਼ ਕੀਤਾ ਉਹ ਪੱਕਾ ਕਿਸੇ ਹੋਰ ਕੰਟਰੀ ਨੂੰ ਵਿਜ਼ਿਟ ਕਰਕੇ ਆਇਆ ਹੋਊਗਾ। ਪੰਜਾਬ ਸਾਡਾ ਰੰਗਲਾ ਹੀ ਹੈ, ਇਹ 'ਚ ਕੋਈ ਡਾਊਟ ਨਹੀਂ। ਪੰਜਾਬ 'ਚ ਬਹੁਤ ਸਾਰੀਆਂ ਚੀਜ਼ਾਂ ਜੋ ਕੈਨੇਡਾ, ਅਮਰੀਕਾ ਤੋਂ ਬਹੁਤ ਬੈਟਰ ਹੈਗੀਆਂ, ਬਟ ਇਹ ਹੈ ਕਿ ਜਿਹੜੀਆਂ ਸਰਕਾਰਾਂ ਆ ਜਾਂ ਫਿਰ ਬਿਜ਼ਨਸ ਘਰਾਣੇ ਨੂੰ ਫਾਇਦਾ ਦੇਣ ਲਈ ਇਹ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ। ਸ਼ੁਕਰੀਆ, ਧੰਨਵਾਦ ਗੱਲਬਾਤ ਕਰਨ ਦੇ ਲਈ। ਤਾਂ ਇਹ ਉਹ ਨੌਜਵਾਨ ਨੇ, ਉਹ ਯੂਥ ਆ ਜਿਨ੍ਹਾਂ ਬਾਰੇ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਪੰਜਾਬ ਦਾ ਉਹ ਯੂਥ ਆ ਜਿਨ੍ਹਾਂ ਦੇ ਸਿਰ ਤੇ ਪੰਜਾਬ ਖੜਾ, ਜਿਨ੍ਹਾਂ ਨੂੰ ਉਹਨਾਂ ਦੀ ਸਰਕਾਰ ਆਉਣ ਤੇ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਅੱਜ ਜਿਹੜੀਆਂ ਇਹਨਾਂ ਨੂੰ ਨੌਕਰੀਆਂ ਪਿਛਲੀ ਸਰਕਾਰ ਨੇ ਦਿੱਤੀਆਂ ਹੋਈਆਂ ਸੀ ਉਹ ਹਾਈ ਕੋਰਟ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਨੇ। ਤੇ ਇਹਨਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਤੋਂ ਇਸ ਗੱਲ ਕਰਕੇ ਖਫਾ ਨੇ ਕਿ ਪੰਜਾਬ ਸਰਕਾਰ ਸਾਡਾ ਢੰਗ ਨਾਲ ਪੱਖ ਵੀ ਨਹੀਂ ਚੁੱਕ ਰਹੀ ਹਾਈ ਕੋਰਟ ਦੇ ਵਿੱਚ ਜਾ ਕੇ। ਤੇ ਦੂਜੇ ਪਾਸੇ ਜਿਹੜੇ ਸੇਵਾ ਮੁਕਤ ਅਧਿਆਪਕ ਨੇ 65 ਸਾਲ ਦੇ, 60 ਸਾਲ ਦੇ, ਤੇ ਉਹਨਾਂ ਨੂੰ ਇਹਨਾਂ ਦੀ ਥਾਂ ਤੇ ਰੱਖਿਆ ਜਾ ਰਿਹਾ, ਜਦਕਿ ਨੌਕਰੀਆਂ ਦੀ ਲੋੜ ਯੂਥ ਨੂੰ ਆ, ਨਾ ਕਿ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਜਿਨ੍ਹਾਂ ਦੀਆਂ 1.5-2 ਲੱਖ ਪੈਨਸ਼ਨਾਂ ਨੇ। ਤਾਂ ਤੁਸੀਂ ਜੁੜੇ ਰਹੋ ਅੱਖਰ ਦੇ ਨਾਲ। ਧੰਨਵਾਦ।